हेलो स्टूडेंट्स वेलकम टू आवर यूट्यूब चैनल की पॉइंट। जिमें कि तुहानू पता है आप ईटीटी कैडर ਦੀਆਂ ਜਿਹੜੀਆਂ 894 पोस्ट ਆਈਆਂ ਉਹਦੇ ਲਈ ਜਿਓਗ੍ਰਾਫੀ ਪਾਰਟ ਦਾ ਜਿਹੜਾ ਭਾਰਤਿਕ ਜਾਣ ਪਛਾਣ ਚੈਪਟਰ ਕਰ ਰਹੇ ਸੀਗੇ। ਸੋ ਅੱਜ ਆਪਾਂ ਉਸੇ ਨੂੰ ਕੰਟੀਨਿਊ ਕਰਦੇ ਹੋਏ ਲੈਕਚਰ 2 ਕਰਾਂਗੇ। ਲੈਕਚਰ 1 ਦੀ ਵੀਡੀਓ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ, ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਸੋ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ। ਸੋ ਸਟੂਡੈਂਟਸ ਪਿਛਲੀ ਵੀਡੀਓ ਵਿੱਚ ਆਪਾਂ ਜਿਹੜੇ ਆ ਭਾਰਤ ਦੀ ਜਿਹੜੀ ਸਥਿਤੀ ਬਾਰੇ ਪੜ੍ਹ ਚੁੱਕੇ ਸੀਗੇ। ਸੋ ਅੱਜ ਆਪਾਂ ਇਸ ਦੇ ਸਥਾਨਕ ਵਿਸਥਾਰ ਬਾਰੇ ਵਿਸਤਾਰਪੂਰਵਕ ਨਾਲ ਪੜ੍ਹਾਂਗੇ। ਸੋ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਸਥਾਨਕ ਵਿਸਥਾਰ ਨਾਲ। ਸਥਾਨਕ ਵਿਸਥਾਰ ਭਾਰਤ ਦਾ ਵਿਸਥਾਰ 8 ਡਿਗਰੀ 4 ਮਿੰਟ ਤੋਂ ਲੈ ਕੇ 37 ਡਿਗਰੀ 17 ਮਿੰਟ ਉੱਤਰੀ ਅਕਸ਼ਾਂਸ਼ਾਂ ਵਿਚਾਲੇ ਹੈ ਅਤੇ ਜਿਹੜਾ 68 ਡਿਗਰੀ 7 ਮਿੰਟ ਤੋਂ ਲੈ ਕੇ 97 ਡਿਗਰੀ 24 ਮਿੰਟ ਪੂਰਬੀ ਦੇਸ਼ਾਂਤਰ ਵਿਚਾਲੇ ਹੈ। ਇਸ ਦਾ ਕੀ ਮੀਨਿੰਗ ਹੈ ਆਪਾਂ ਇੱਕ ਇਮੇਜ ਨਾਲ ਦੇਖਦੇ ਹਾਂ, ਉਸ ਤੋਂ ਜਿਹੜੀ ਹੈ ਕਿ ਆਪਾਂ ਨੂੰ ਵਧੀਆ ਸਮਝ ਆ ਜਾਏਗਾ। ਦੇਖੋ ਜਿਵੇਂ ਆ ਇੰਡੀਆ ਦਾ ਮੈਪ ਹੈ, ਠੀਕ ਹੈ। ਜਿਹੜੀ ਆਪਣੀ ਅਰਥ ਹੈ ਨਾ, ਉਹਨਾਂ ਨੂੰ ਕੀ ਅਕਸ਼ਾਂਸ਼ਾਂ ਅਤੇ ਦੇਸ਼ਾਂਤਰਾਂ ਦੇ ਵਿੱਚ ਵੰਡਿਆ ਹੋਇਆ, ਅਕਸ਼ਾਂਸ਼ਾਂ ਅਤੇ ਦੇਸ਼ਾਂਤਰਾਂ ਵਿੱਚ ਵੰਡਿਆ ਹੋਇਆ। ਜਿਹੜੇ ਆ ਸਿੱਧੇ ਸਿੱਧੇ ਦਿਖ ਰਹੇ ਹੈ, ਇਹ ਕੀ ਹੈ? ਅਕਸ਼ਾਂਸ਼ ਨੇ। ਇਹ ਕੀ ਨੇ? ਅਕਸ਼ਾਂਸ਼। ਅਤੇ ਜਿਹੜੇ ਆ ਲੰਬੇ ਲੰਬੇ ਦਿਖ ਰਹੇ ਨੇ, ਜਿਹੜੇ ਆ ਲੇਟੇ ਹੋਏ ਨੇ, ਇਹ ਕੀ ਨੇ? ਦੇਸ਼ਾਂਤਰ। ਜਿਹੜੇ ਅਕਸ਼ਾਂਸ਼ ਹੈ ਉਹਨਾਂ ਨੂੰ ਇੰਗਲਿਸ਼ ਵਿੱਚ ਲੌਂਗੀਟਿਊਡ ਕਿਹਾ ਜਾਂਦਾ ਹੈ, ਲੌਂਗੀਟਿਊਡ। ਅਤੇ ਜਿਹੜੇ ਦੇਸ਼ਾਂਤਰ ਨੇ ਇਹਨਾਂ ਨੂੰ ਲੈਟੀਟਿਊਡ। ਜੇ ਇੰਗਲਿਸ਼ 'ਚ ਯਾਦ ਕਰਨਾ ਤਾਂ ਇੰਗਲਿਸ਼ 'ਚ ਕਰ ਲਓ, ਜੇ ਪੰਜਾਬੀ 'ਚ ਯਾਦ ਕਰਨਾ ਤਾਂ ਪੰਜਾਬੀ 'ਚ ਕਰ ਲਓ। ਬਾਕੀ ਇੱਥੋਂ ਲੈਟੀਟਿਊਡ ਤੋਂ ਆਪਾਂ ਜ਼ਿਆਦਾ ਯਾਦ ਰਹਿ ਜਾਊਗਾ। ਜਿਵੇਂ ਲੇਟੇ ਹੋਏ ਯਾਨੀ ਲੈਟੀਟਿਊਡ, ਤੈਨੂੰ ਪੰਜਾਬੀ 'ਚ ਕੀ ਕਹਿੰਦੇ ਆ? ਦੇਸ਼ਾਂਤਰ। ਅਤੇ ਲੰਬੇ ਜਿਹੜੇ ਲੰਬੇ ਨੇ ਲੌਂਗੀਟਿਊਡ, ਉਹਨਾਂ ਨੂੰ ਕੀ ਕਹਿੰਦੇ ਨੇ? ਅਕਸ਼ਾਂਸ਼ ਕਹਿੰਦੇ ਨੇ। ਸੋ ਇਸ ਵਿੱਚ ਜਿਹੜੀ ਅਕਸ਼ਾਂਸ਼ਾਂ ਅਤੇ ਦੇਸ਼ਾਂਤਰਾਂ ਦੇ ਵਿੱਚ ਆਪਾਂ ਜਿਹੜਾ ਇੰਡੀਆ ਦਾ ਵਿਸਥਾਰ ਦੱਸਣਾ ਵੀ ਇੰਡੀਆ ਕਿਹੜੇ ਅਕਸ਼ਾਂਸ਼ ਅਤੇ ਕਿਹੜੇ ਦੇਸ਼ਾਂਤਰ ਦੇ ਵਿਚਾਲੇ ਆਉਂਦਾ। ਜਿਹੜਾ ਇੰਡੀਆ ਹੈ ਉਹ 8 ਡਿਗਰੀ 4 ਮਿੰਟ ਤੋਂ ਲੈ ਕੇ 37 ਡਿਗਰੀ 6 ਮਿੰਟ ਦੇ ਅਕਸ਼ਾਂਸ਼, ਕਿਸ ਦੇ? ਅਕਸ਼ਾਂਸ਼ 8 ਡਿਗਰੀ 4 ਮਿੰਟ ਤੋਂ ਲੈ ਕੇ 37 ਡਿਗਰੀ 6 ਮਿੰਟ ਅਕਸ਼ਾਂਸ਼ ਵਿਚਾਲੇ ਆਉਂਦਾ ਹੈ। ਕਿਹੜੇ ਵਿਚਾਲੇ ਆਉਂਦਾ? ਅਕਸ਼ਾਂਸ਼ ਵਿਚਾਲੇ ਆਉਂਦਾ ਹੈ। ਜੇਕਰ ਆਪਾਂ ਦੇਸ਼ਾਂਤਰ ਦੀ ਗੱਲ ਕਰ ਲਈਏ, ਤਾਂ ਇੰਡੀਆ ਜਿਹੜਾ ਉਹ 68 ਡਿਗਰੀ 7 ਮਿੰਟ ਤੋਂ ਲੈ ਕੇ 97 ਡਿਗਰੀ 25 ਮਿੰਟ ਦੇ ਵਿਚਕਾਰ ਜਿਹੜਾ ਉਹਦਾ ਕੀ ਹੈ? ਦੇਸ਼ਾਂਤਰ ਦੇ ਵਿਚਕਾਰ ਆਉਂਦਾ ਹੈ। ਹਾਂਜੀ ਸਟੂਡੈਂਟ, ਇਸ ਤੋਂ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਅਕਸ਼ਾਂਸ਼ ਅਤੇ ਦੇਸ਼ਾਂਤਰ ਕੀ ਹੁੰਦਾ ਅਤੇ ਕਿਵੇਂ ਇਹਦੇ ਮੈਜ਼ਰਮੈਂਟ ਲਿਖੀ ਜਾਂਦੀ ਹੈ। ਆਪਾਂ ਸਿਰਫ ਇਹਦੇ ਵਿੱਚ ਇੰਡੀਆ ਦੀ ਮੈਜ਼ਰਮੈਂਟ ਦੱਸਣੀ ਹੈ ਵੀ ਕਿਹੜੇ ਅਕਸ਼ਾਂਸ਼ ਅਤੇ ਕਿਹੜੇ ਦੇਸ਼ਾਂਤਰ ਦੇ ਵਿਚਕਾਰ ਆਉਂਦਾ ਹੈ। ਇੱਕ ਵਾਰ ਆਪਾਂ ਫਿਰ ਤੋਂ ਦੇਖ ਲੈਂਦੇ ਹਾਂ। ਜਿਹੜਾ ਇੰਡੀਆ ਹੈ ਉਹ 8 ਡਿਗਰੀ 4 ਮਿੰਟ ਤੋਂ ਲੈ ਕੇ 37 ਡਿਗਰੀ 6 ਮਿੰਟ ਅਕਸ਼ਾਂਸ਼ ਦੇ ਵਿਚਾਲੇ ਆਉਂਦਾ ਹੈ ਅਤੇ 68 ਡਿਗਰੀ 7 ਮਿੰਟ ਤੋਂ ਲੈ ਕੇ 97 ਡਿਗਰੀ 25 ਮਿੰਟ ਦੇਸ਼ਾਂਤਰ ਦੇ ਵਿਚਕਾਰ ਆਉਂਦਾ ਹੈ। ਇਸ ਤੋਂ ਆਪਾਂ ਥੋੜ੍ਹਾ ਜਿਹਾ ਜਿਹੜਾ ਕੀ ਹੈ ਡਾਇਰੈਕਸ਼ਨਸ ਵੀ ਕਰ ਲਈਏ, ਕਿਉਂਕਿ ਕਈ ਸਟੂਡੈਂਟਸ ਹੁੰਦੇ ਆ ਉਹਨਾਂ ਨੂੰ ਡਾਇਰੈਕਸ਼ਨ ਬਾਰੇ ਵੀ ਨਹੀਂ ਪਤਾ ਹੁੰਦਾ। ਸੋ ਜਿਹੜਾ ਆਹ ਵਾਲਾ ਪਾਰਟ ਹੈ ਇਹ ਕੀ ਹੈ? ਨੌਰਥ ਪਾਰਟ, ਜਿਹਨੂੰ ਕਿ ਉੱਤਰ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਇਸ ਨੂੰ ਉੱਤਰ ਕਿਹਾ ਜਾਂਦਾ ਹੈ। ਆਹ ਵਾਲਾ ਕਿਹੜਾ ਪਾਰਟ ਹੈ? ਜਿਹੜਾ ਨੀਚੇ ਵਾਲਾ, ਇਹ ਕਿਹੜਾ? ਸਾਊਥ, ਜਿਸ ਨੂੰ ਦੱਖਣ ਕਿਹਾ ਜਾਂਦਾ ਹੈ। ਅਤੇ ਆਹ ਵਾਲਾ ਕਿਹੜਾ ਪਾਰਟ ਹੈ? ਈਸਟ। ਆਹ ਵਾਲਾ ਕਿਹੜਾ ਹਿੱਸਾ ਹੈ? ਈਸਟ, ਜਿਸ ਨੂੰ ਕਿ ਪੂਰਬ ਕਿਹਾ ਜਾਂਦਾ ਹੈ। ਅਤੇ ਆਹ ਵਾਲਾ ਕਿਹੜਾ ਹਿੱਸਾ ਹੈ? ਵੈਸਟ, ਜਿਸ ਨੂੰ ਪੱਛਮ ਕਿਹਾ ਜਾਂਦਾ ਹੈ। ਸੋ ਸਟੂਡੈਂਟ, ਇੰਡੀਆ ਦੇ ਮੈਪ ਤੋਂ ਹੀ ਇੱਥੇ ਤੁਸੀਂ ਦੇਖ ਲਓ ਵੀ ਇੰਡੀਆ ਦਾ ਨਾਰਦਰਨ ਪਾਰਟ ਯਾਨੀ ਉੱਤਰੀ ਪਾਰਟ ਕਿਹੜਾ ਹੈ? ਉੱਪਰ ਵਾਲਾ ਆਹ ਕੀ ਹੈ? ਆਹ ਕੀ ਲੰਘ ਰਹੀ ਹੈ ਇਸ ਵਿੱਚੋਂ? ਟ੍ਰੋਪਿਕ ਆਫ ਕੈਂਸਰ, ਜਿਸ ਨੂੰ ਕਰਕ ਰੇਖਾ ਵੀ ਕਿਹਾ ਜਾਂਦਾ ਹੈ। ਕਰਕ ਰੇਖਾ ਕਿਹਾ ਜਾਂਦਾ ਹੈ।
ਇਹ ਜਿਹੜਾ ਇੰਡੀਆ ਇਸ ਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੰਦੀ ਹੈ। ਕਰਕ ਰੇਖਾ ਤੋਂ ਜਿਹੜਾ ਉੱਪਰ ਵਾਲਾ ਪਾਸਾ ਹੈ ਉਹ ਕਿਹੜਾ ਹੈ, ਨਾਰਥ ਪਾਰਟ ਯਾਨੀ ਉੱਤਰ ਪਾਰਟ। ਜਿਹੜਾ ਨੀਚੇ ਵਾਲਾ ਪਾਸਾ ਕਿਹੜਾ ਹੈ, ਉਹ ਸਾਊਥ ਪਾਰਟ, ਜਿਸ ਨੂੰ ਦੱਖਣ ਕਿਹਾ ਜਾਂਦਾ ਹੈ। ਅਤੇ ਇੰਡੀਆ ਦੇ ਜਿਹੜੇ ਰਾਈਟ ਸਾਈਡ ਹੈ, ਜਿਹੜੇ ਸੱਜੇ ਪਾਸੇ ਆ, ਉਹ ਕੀ ਹੈ, ਪੂਰਬ ਹੈ, ਅਤੇ ਖੱਬੇ ਪਾਸੇ ਕੀ ਹੈ, ਵੈਸਟ ਹੈ। ਬਹੁਤ ਸਾਰੇ ਸਟੂਡੈਂਟ ਜਿਹੜੇ ਕਨਫਿਊਜ਼ ਹੋ ਜਾਂਦੇ ਆ ਜਦੋਂ ਗੱਲ ਕੀਤੀ ਜਾਂਦੀ ਹੈ ਉੱਤਰੀ ਪੂਰਬ ਇਲਾਕੇ ਦੀ ਜਾਂ ਦੱਖਣੀ ਪੂਰਬੀ ਇਲਾਕੇ ਦੀ ਜਾਂ ਪੱਛਮੀ ਦੱਖਣੀ ਇਲਾਕੇ ਦੀ। ਉਦੋਂ ਇਹ ਕਈ ਸਟੂਡੈਂਟ ਨੂੰ ਨਹੀਂ ਪਤਾ ਚੱਲਦਾ ਕਿ ਕਿਹੜੇ ਇਲਾਕੇ ਦੀ ਗੱਲ ਹੋ ਰਹੀ ਹੈ। ਜਿਵੇਂ ਦੇਖੋ, ਆਹ ਨਾਰਥ ਹੈ, ਆਹ ਸਾਊਥ ਹੈ, ਆਹ ਈਸਟ ਹੈ ਅਤੇ ਆਹ ਵੈਸਟ ਹੈ। ਜਦੋਂ ਕੋਈ ਕਹਿ ਦੇ ਉੱਤਰੀ ਪੂਰਬੀ ਇਲਾਕਾ, ਫਿਰ ਕਿਹੜਾ ਹੋਏਗਾ, ਆਹ ਵਾਲਾ ਇਲਾਕਾ। ਜਿਹੜਾ ਉੱਤਰ ਅਤੇ ਪੂਰਬ ਦੇ ਵਿਚਕਾਰ ਜਿਹੜਾ ਆਏਗਾ ਉਹ ਕਿਹੜਾ ਇਲਾਕਾ ਹੋਏਗਾ, ਉੱਤਰੀ ਪੂਰਬੀ ਇਲਾਕਾ। ਜਿਹੜਾ ਪੂਰਬ ਅਤੇ ਦੱਖਣ ਦੇ ਵਿਚਕਾਰ ਆਏਗਾ ਉਹ ਕਿਹੜਾ ਹੋਏਗਾ, ਪੂਰਬੀ ਦੱਖਣੀ ਇਲਾਕਾ। ਜਿਹੜਾ ਪੱਛਮ ਅਤੇ ਦੱਖਣ ਦੇ ਵਿਚਕਾਰ ਆਏਗਾ ਉਹ ਹੋਏਗਾ ਪੱਛਮੀ ਦੱਖਣੀ ਇਲਾਕਾ। ਅਤੇ ਜਿਹੜਾ ਉੱਤਰ ਪੱਛਮ ਦੇ ਵਿਚਕਾਰ ਆਏਗਾ ਉਹ ਕਿਹੜਾ ਹੋਏਗਾ, ਉੱਤਰੀ ਪੱਛਮੀ ਇਲਾਕਾ। ਸੋ ਸਟੂਡੈਂਟ, ਇਸ ਚੀਜ਼ ਤੋਂ ਜਿਹੜੀ ਆਪਾਂ ਨੂੰ ਡਾਇਰੈਕਸ਼ਨਸ ਦੀ ਕਲੀਅਰ ਹੋ ਜੂਗੀ। ਜਦੋਂ ਆਪਾਂ ਨੂੰ ਡਾਇਰੈਕਸ਼ਨਸ ਬਾਰੇ ਪਤਾ ਚੱਲਣ ਲੱਗ ਗਿਆ ਤਾਂ ਆਪਾਂ ਨੂੰ ਚੀਜ਼ਾਂ ਨੂੰ ਕੀ ਹੈ, ਯਾਦ ਕਰਨਾ ਈਜ਼ੀ ਹੋ ਜਾਂਦਾ ਹੈ। ਜਿਓਗ੍ਰਾਫੀ ਦੀ ਇੱਕ ਮੇਨ ਹੀ ਚੀਜ਼ ਹੈ ਡਾਇਰੈਕਸ਼ਨਸ। ਜੇਕਰ ਆਪਾਂ ਨੂੰ ਡਾਇਰੈਕਸ਼ਨਸ ਦਾ ਹੀ ਨਹੀਂ ਪਤਾ ਚੱਲੇਗਾ, ਜੇਕਰ ਆਪਾਂ ਨੂੰ ਇਹ ਨਹੀਂ ਪਤਾ ਚੱਲੇਗਾ ਕਿ ਕਿਹੜੀ ਚੀਜ਼ ਉੱਤਰ 'ਚ ਹੈ, ਕਿਹੜੀ ਦੱਖਣ 'ਚ ਹੈ, ਤਾਂ ਆਪਾਂ ਨੂੰ ਕੀ ਹੈ, ਆਪਾਂ ਇਸ ਨੂੰ ਵਧੀਆ ਤਰੀਕੇ ਨਾਲ ਨਹੀਂ ਕਰ ਸਕਦੇ। ਹੋਪ ਹੈ ਤੁਹਾਨੂੰ ਡਾਇਰੈਕਸ਼ਨਸ ਇੱਥੋਂ ਕਲੀਅਰ ਹੋ ਗਈਆਂ ਹੋਣੀਆਂ। ਹੁਣ ਵੱਧਦੇ ਹਾਂ ਆਪਣੇ ਨੈਕਸਟ ਸੈਸ਼ਨ ਵੱਲ। ਕਰਕ ਰੇਖਾ ਟ੍ਰੋਪਿਕ ਆਫ ਕੈਂਸਰ ਭਾਰਤ ਦੇ ਮੱਧ ਵਿੱਚੋਂ ਲੰਘਦੀ ਹੈ, ਜੋ ਭਾਰਤ ਨੂੰ ਉੱਤਰੀ ਅਤੇ ਦੱਖਣੀ ਭਾਗਾਂ ਵਿੱਚ ਵੰਡਦੀ ਹੈ। ਜਿਵੇਂ ਕਿ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਸੀ, ਜਿਹੜਾ ਇੰਡੀਆ ਉਸ ਦੇ ਜਿਹੜੇ ਵਿਚਕਾਰ ਦੀ ਜਿਹੜੀ ਲਾਈਨ ਲੱਗਦੀ ਹੈ ਉਹਨੂੰ ਕੀ ਕਹਿੰਦੇ ਆ, ਕਰਕ ਰੇਖਾ ਕਹਿੰਦੇ ਆ, ਜਾਂ ਟ੍ਰੋਪਿਕ ਆਫ ਕੈਂਸਰ ਵੀ ਕਿਹਾ ਜਾਂਦਾ ਹੈ। ਅਸੀਂ ਕਿਹੜੀ ਰੇਖਾ ਲੰਘਦੀ ਹੈ, ਕਰਕ ਰੇਖਾ ਲੰਘਦੀ ਹੈ, ਜਿਹੜੀ ਕਿ ਭਾਰਤ ਨੂੰ ਦੋ ਭਾਗਾਂ ਵਿੱਚ ਵੰਡ ਦਿੰਦੀ ਹੈ, ਉੱਤਰੀ ਅਤੇ ਦੱਖਣੀ। ਹੁਣ ਇੱਥੋਂ ਆਪਾਂ ਨੂੰ ਸਾਫ਼-ਸਾਫ਼ ਪਤਾ ਚੱਲ ਗਿਆ ਹੋਏਗਾ ਉੱਤਰੀ ਅਤੇ ਦੱਖਣੀ ਕਿਹੜਾ। ਜਿਹੜਾ ਉੱਪਰ ਵਾਲਾ ਹੈ ਇਹ ਕਿਹੜਾ ਹੈ, ਉੱਤਰੀ, ਅਤੇ ਨੀਚੇ ਵਾਲਾ ਕਿਹੜਾ ਹੈ, ਦੱਖਣੀ। ਉੱਤਰੀ ਨੂੰ ਇੰਗਲਿਸ਼ 'ਚ ਕਹਿੰਦੇ ਆ ਨਾਰਥ, ਅਤੇ ਦੱਖਣੀ ਨੂੰ ਇੰਗਲਿਸ਼ 'ਚ ਕਹਿੰਦੇ ਆ ਸਾਊਥ। ਥਰਡ ਪੁਆਇੰਟ, ਜੇਕਰ ਉੱਤਰੀ ਸਿਰੇ ਕਸ਼ਮੀਰ ਤੋਂ ਲੈ ਕੇ ਦੱਖਣੀ ਧੁਰ ਕੰਨਿਆਕੁਮਾਰੀ ਤੱਕ ਸਿੱਧੀ ਰੇਖਾ ਖਿੱਚੀ ਜਾਵੇ ਤਾਂ ਉਸ ਦੀ ਲੰਬਾਈ 3214 ਕਿਲੋਮੀਟਰ ਹੋਵੇਗੀ। ਹਾਂਜੀ ਸਟੂਡੈਂਟ, ਜੇਕਰ ਇਸ ਵਿੱਚ ਗੱਲ ਕੀਤੀ ਗਈ ਹੈ, ਜੇਕਰ ਇੰਡੀਆ ਦਾ, ਜਿਵੇਂ ਆਹ ਕੀ ਹੈ, ਇੰਡੀਆ ਦਾ ਇੱਕ ਰਫ ਜਿਹਾ ਮੈਪ ਹੈ। ਜੇਕਰ ਇੱਥੇ ਕਸ਼ਮੀਰ ਹੈ ਨਾ, ਇੱਥੇ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਕਿੱਥੇ ਹੈ, ਜਮਾਂ ਐਂਡ 'ਤੇ ਦੱਖਣ ਵਾਲਾ ਪਾਸਾ, ਉਹਨਾਂ ਨੇ ਕੀ ਕਿਹਾ, ਦੱਖਣੀ ਯਾਨੀ ਨੀਚੇ। ਜੇਕਰ ਕਸ਼ਮੀਰ ਤੋਂ ਲੈ ਕੇ ਦੱਖਣ ਤੱਕ ਜੇਕਰ ਸਿੱਧੀ ਲਾਈਨ ਖਿੱਚੀ ਜਾਵੇ ਨਾ, ਉਹਦੀ ਟੋਟਲ ਲੰਬਾਈ ਕਿੰਨੀ ਬਣੇਗੀ, 3214 ਕਿਲੋਮੀਟਰ। ਅਤੇ ਸੇਮ ਐਜ਼ ਪੂਰਬੀ ਸਿਰੇ ਅਰੁਣਾਚਲ ਪ੍ਰਦੇਸ਼, ਪੂਰਬ ਕਿੱਧਰ ਸੀ, ਇੱਧਰ ਸੀ ਨਾ, ਯਾਨੀ ਇੱਥੇ ਕੀ ਹੋਏਗਾ, ਅਰੁਣਾਚਲ ਪ੍ਰਦੇਸ਼ ਹੋਏਗਾ। ਅਤੇ ਪੱਛਮੀ ਸਿਰੇ ਗੁਜਰਾਤ, ਪੱਛਮੀ ਕਿੱਧਰ ਸੀ, ਇੱਧਰ ਸੀ, ਯਾਨੀ ਇੱਥੇ ਹੋਏਗਾ ਗੁਜਰਾਤ ਦੇ ਰਣ ਆਫ ਕੱਛ ਤੱਕ 2933 ਕਿਲੋਮੀਟਰ ਬਣਦੀ ਹੈ। ਯਾਨੀ ਜੇ ਇੰਨਾ ਡਿਸਟੈਂਸ ਜੇ ਆਪਾਂ ਮੈਜ਼ਰ ਕਰ ਲਈਏ ਤਾਂ ਕਿੰਨਾ ਬਣੇਗਾ, ਉਹ 2933 ਕਿਲੋਮੀਟਰ। ਅੱਗੇ ਆਪਾਂ ਦੇਖੋ ਇਸ ਇਮੇਜ ਨਾਲ ਡਿਸਕਸ ਕਰਦੇ ਹਾਂ। ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਸੀ, ਉੱਤਰ ਵਿੱਚ ਇੱਥੇ ਯਾਨੀ ਜੰਮੂ ਕਸ਼ਮੀਰ, ਇੱਥੇ ਜੰਮੂ ਕਸ਼ਮੀਰ, ਉੱਤਰ ਵਿੱਚ ਜੰਮੂ ਕਸ਼ਮੀਰ, ਅਤੇ ਸਾਊਥ ਵਿੱਚ, ਦੱਖਣ ਵਿੱਚ ਕੰਨਿਆਕੁਮਾਰੀ। ਜੇਕਰ ਇਹਦਾ ਡਿਸਟੈਂਸ ਮੈਜ਼ਰ ਕਰ ਲਈਏ ਤਾਂ ਆਪਣਾ ਕਿੰਨਾ ਬਣੇਗਾ, 3214 ਕਿਲੋਮੀਟਰ, 3214 ਕਿਲੋਮੀਟਰ। ਅਤੇ ਜੇਕਰ ਈਸਟ ਸਾਈਡ ਯਾਨੀ ਇੱਥੋਂ ਤੋਂ ਲੈ ਕੇ ਵੈਸਟ ਤੱਕ ਯਾਨੀ ਗੁਜਰਾਤ ਤੱਕ ਜੇਕਰ ਆਪਾਂ ਡਿਸਟੈਂਸ ਮੈਜ਼ਰ ਕਰ ਲਈਏ ਤਾਂ ਆਪਣਾ ਕਿੰਨਾ ਬਣੇਗਾ, 2933 ਕਿਲੋਮੀਟਰ। ਹਾਂਜੀ ਸਟੂਡੈਂਟ, ਇਸ ਡਿਸਟੈਂਸ ਆਪਾਂ ਨੂੰ ਯਾਦ ਹੀ ਕਰਨਾ ਪੈਣਾ। ਜੇਕਰ ਨਾਰਥ ਟੂ ਸਾਊਥ ਵੱਲ ਜਾਈਏ, ਜੇਕਰ ਉੱਤਰ ਤੋਂ ਦੱਖਣ ਵੱਲ ਜਾਈਏ ਤਾਂ ਕਿੰਨਾ ਬਣੇਗਾ, 3214 ਕਿਲੋਮੀਟਰ। ਅਤੇ ਜੇਕਰ ਈਸਟ ਤੋਂ ਵੈਸਟ ਤੱਕ ਆਈਏ, ਪੂਰਬ ਤੋਂ ਪੱਛਮ ਵੱਲ ਆਈਏ ਤਾਂ ਕਿੰਨਾ ਬਣੇਗਾ, 2933 ਕਿਲੋਮੀਟਰ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਆਕਾਰ ਅਤੇ ਖੇਤਰਫਲ ਦੀ। ਭਾਰਤ ਦਾ ਆਕਾਰ ਅਤੇ ਖੇਤਰਫਲ।
ਭਾਰਤ ਦੀ ਸ਼ਕਲ ਤਿਕੋਣੀ ਹੈ। ਇਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਜਿਹੜੀ ਭਾਰਤ ਦੀ ਗਲੋਬ ਤੋਂ ਜਦੋਂ ਆਪਾਂ ਭਾਰਤ ਨੂੰ ਦੇਖਦੇ ਹਾਂ ਤਾਂ ਉਹ ਕਿਹੜੇ ਸ਼ੇਪ ਦਾ ਲੱਗਦਾ ਹੈ? ਟਰਾਇੰਗੂਲਰ ਸ਼ੇਪ ਦਾ ਲੱਗਦਾ ਹੈ। ਦੇਸ਼ ਦਾ ਕੁੱਲ ਖੇਤਰਫਲ 32,87,782 ਵਰਗ ਕਿਲੋਮੀਟਰ ਹੈ। ਜਿਹੜੇ ਆਪਣਾ ਦੇਸ਼ ਹੈ ਇੰਡੀਆ ਭਾਰਤ ਹੈ, ਉਸਦਾ ਕੁੱਲ ਖੇਤਰਫਲ ਕਿੰਨਾ ਹੈ? 32,87,782 ਵਰਗ ਕਿਲੋਮੀਟਰ, ਜੋ ਕਿ ਸਾਰੇ ਸੰਸਾਰ ਦਾ 2.2% ਬਣਦਾ ਹੈ। ਇਸ ਦਾ ਮਤਲਬ ਇਹ ਹੈ, ਦੇਖੋ ਜੇਕਰ ਪੂਰਾ ਆਪਾਂ ਸੰਸਾਰ ਲਗਾ ਲਈਏ, ਪੂਰੀ ਅਰਥ ਲਗਾ ਲਈਏ, ਉਹਦੇ ਵਿੱਚ ਜਿਹੜਾ ਆਪਣਾ ਇੰਡੀਆ ਹੈ ਉਹ ਕਿੰਨਾ ਪਾਰਟ ਘੇਰਦਾ ਹੈ? ਪੂਰੇ ਵਰਲਡ ਦਾ 2.2%। ਹਾਂਜੀ ਸੁਣਿਏ, ਆਪਾਂ ਨੂੰ ਕੁਐਸਚਨ ਵੀ ਆ ਸਕਦਾ ਵੀ ਜਿਹੜਾ ਇੰਡੀਆ ਹੈ ਉਹ ਪੂਰੇ ਵਰਲਡ ਵਿੱਚੋਂ ਕਿੰਨਾ ਖੇਤਰਫਲ ਘੇਰਦਾ ਹੈ? ਪੂਰੇ ਸੰਸਾਰ ਦਾ ਕਿੰਨਾ ਖੇਤਰਫਲ ਘੇਰਦਾ ਹੈ? ਕਿੰਨਾ ਘੇਰਦਾ ਹੈ? 2.2%। ਖੇਤਰਫਲ ਪੱਖੋਂ ਭਾਰਤ 7ਵੇਂ ਸਥਾਨ 'ਤੇ ਹੈ। ਆਪਾਂ ਨੂੰ ਪਹਿਲਾਂ ਵੀ ਡਿਸਕਸ ਕਰ ਚੁੱਕੇ ਸੀ। ਜਿਹੜਾ ਭਾਰਤ ਹੈ ਉਹ ਖੇਤਰਫਲ ਪੱਖੋਂ ਕਿੰਨੇ 7ਵੇਂ ਸਥਾਨ 'ਤੇ ਆਉਂਦਾ ਹੈ। ਇਸ ਤੋਂ ਪਹਿਲਾਂ ਕਿਹੜੇ 6 ਵੱਡੇ ਦੇਸ਼ ਹੈ ਉਹ ਕਿਹੜੇ ਕਿਹੜੇ ਨੇ? ਫਸਟ ਹੈ ਰੂਸ, ਫਿਰ ਕੈਨੇਡਾ, ਚੀਨ, USA, ਬ੍ਰਾਜ਼ੀਲ, ਆਸਟ੍ਰੇਲੀਆ ਅਤੇ ਫਿਰ ਭਾਰਤ। ਕਿਹੜੇ ਕਿਹੜੇ ਨੇ? ਰੂਸ, ਕੈਨੇਡਾ, ਚੀਨ, USA, ਬ੍ਰਾਜ਼ੀਲ, ਆਸਟ੍ਰੇਲੀਆ ਅਤੇ ਭਾਰਤ। ਇਹਨੂੰ ਕੀ ਆਪਾਂ ਇੱਕ ਸ਼ੋਰਟ ਟ੍ਰਿਕ ਨਾਲ ਵੀ ਯਾਦ ਕਰ ਸਕਦੇ ਹਾਂ। ਆਪਾਂ ਨੂੰ ਜਸਟ ਯਾਦ ਕਰਨਾ ਪਵੇਗਾ ਵੀ RCCUBAI। ਕੀ ਯਾਦ ਕਰਨਾ ਪਏਗਾ? RCCUBAI, ਜਿਹਨੂੰ ਆਪਾਂ ਕਹਿ ਸਕਦੇ ਹਾਂ ਰੱਕੂ ਬਾਈ। ਐਵੇਂ ਯਾਦ ਕਰ ਲਓ, ਰੱਕੂ ਬਾਈ, ਰੱਕੂ ਬਾਈ। ਹੁਣ ਇੱਥੋਂ ਆਪਾਂ ਕੀ ਦੇਖਦੇ ਹਾਂ? ਆਰ ਤੋਂ ਕੀ ਆਏਗਾ? ਰਸ਼ੀਆ, ਆਰ ਤੋਂ ਰਸ਼ੀਆ, ਸੀ ਤੋਂ ਕੈਨੇਡਾ, ਫਿਰ ਸੀ ਤੋਂ ਚਾਈਨਾ, ਯੂ ਤੋਂ USA, ਯੂ ਤੋਂ USA, ਬੀ ਤੋਂ ਬ੍ਰਾਜ਼ੀਲ, ਬੀ ਤੋਂ ਬ੍ਰਾਜ਼ੀਲ, ਏ ਤੋਂ ਆਸਟ੍ਰੇਲੀਆ ਅਤੇ ਆਈ ਤੋਂ ਇੰਡੀਆ। ਹਾਂਜੀ ਸਟੂਡੈਂਟ, ਇਸ ਸ਼ੋਰਟ ਟ੍ਰਿਕ ਨਾਲ ਜਿਹੜਾ ਆਪਾਂ ਨੂੰ ਯਾਦ ਹੋ ਜਾਏਗਾ ਵੀ ਕਿਹੜੇ 7 ਵੱਡੇ ਦੇਸ਼ ਨੇ। ਪਹਿਲਾਂ ਆਰ ਤੋਂ ਰਸ਼ੀਆ, ਜਿਹਨੂੰ ਕਿ ਪੰਜਾਬੀ ਵਿੱਚ ਰੂਸ ਕਿਹਾ ਜਾਂਦਾ ਹੈ, ਸੀ ਤੋਂ ਕੈਨੇਡਾ, ਫਿਰ ਸੀ ਤੋਂ ਚਾਈਨਾ, ਯੂ ਤੋਂ USA, ਬੀ ਤੋਂ ਬ੍ਰਾਜ਼ੀਲ, ਏ ਤੋਂ ਆਸਟ੍ਰੇਲੀਆ ਅਤੇ ਆਈ ਤੋਂ ਇੰਡੀਆ। ਅੱਗੇ ਆਪਾਂ ਗੱਲ ਕਰਦੇ ਹਾਂ ਇੰਡੀਆ ਦੀਆਂ ਜਿਹੜੀਆਂ ਨੇਬਰਿੰਗ ਕੰਟਰੀਜ਼ ਕਿਹੜੀਆਂ ਨੇ। ਇੰਡੀਆ ਦੇ ਜਿਹੜੇ ਗੁਆਂਢੀ ਦੇਸ਼ ਕਿਹੜੇ ਨੇ। ਭਾਰਤ ਨੂੰ 7 ਦੇਸ਼ਾਂ ਦੀਆਂ ਸਰਹੱਦਾਂ ਲੱਗਦੀਆਂ ਹਨ। ਜਿਹੜਾ ਭਾਰਤ ਹੈ ਉਸਨੂੰ ਕਿੰਨੀਆਂ ਦੇਸ਼ ਦੀਆਂ ਸਰਹੱਦਾਂ ਲੱਗਦੀਆਂ ਹਨ? 7 ਦੇਸ਼ਾਂ ਦੀਆਂ ਸਰਹੱਦਾਂ ਲੱਗਦੀਆਂ ਹਨ। ਆਓ ਦੇਖਦੇ ਹਾਂ ਕਿਹੜੇ। ਉੱਤਰ ਅਤੇ ਉੱਤਰ ਪੱਛਮੀ ਦਿਸ਼ਾ ਵਿੱਚ ਪਾਕਿਸਤਾਨ, ਅਫਗਾਨਿਸਤਾਨ ਅਤੇ ਚੀਨ ਹਨ। ਹਾਂਜੀ ਸਟੂਡੈਂਟ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਜੇਕਰ ਆਪਾਂ ਨੂੰ ਡਾਇਰੈਕਸ਼ਨਸ ਦਾ ਪਤਾ ਹੋਏਗਾ ਤਾਂ ਆਪਾਂ ਨੂੰ ਈਜ਼ਲੀ ਪਤਾ ਲੱਗ ਜਾਏਗਾ ਵੀ ਕਿਹੜੀ ਕੰਟਰੀ ਕਿੱਥੇ ਹੈ ਅਤੇ ਕਿਹੜੀ ਸਾਈਡ ਤੋਂ ਜਿਹੜੀ ਇੰਡੀਆ ਨੂੰ ਟੱਚ ਕਰਦੀ ਹੈ। ਉੱਤਰ ਅਤੇ ਉੱਤਰੀ ਪੱਛਮੀ, ਯਾਨੀ ਆਹ ਤਾਂ ਹੋ ਗਿਆ ਉੱਤਰ, ਇੱਧਰ ਹੋ ਗਿਆ ਪੱਛਮ। ਸੋ ਉੱਤਰੀ ਪੱਛਮੀ ਇਲਾਕਾ ਕਿਹੜਾ ਹੋਏਗਾ? ਆਹ ਵਾਲਾ। ਕਿਹੜਾ ਹੋਏਗਾ? ਆਹ ਵਾਲਾ ਇਲਾਕਾ। ਸੋ ਉੱਤਰ ਅਤੇ ਉੱਤਰ ਪੱਛਮੀ ਦਿਸ਼ਾ ਵਿਚਕਾਰ ਕਿਹੜਾ? ਪਾਕਿਸਤਾਨ। ਦੇਖੋ ਆਹ ਕੀ ਹੈ? ਪਾਕਿਸਤਾਨ, ਜਿਹੜਾ ਇੰਡੀਆ ਨੂੰ ਟੱਚ ਕਰ ਰਿਹਾ। ਫਿਰ ਅਫਗਾਨਿਸਤਾਨ, ਅਫਗਾਨਿਸਤਾਨ ਦੇਖੋ ਆਹ ਤੋਂ ਛੋਟੇ ਜਿਹੇ ਜਿਹੜਾ ਜੰਮੂ ਕਸ਼ਮੀਰ ਤੋਂ ਜਿਹੜਾ ਅਫਗਾਨਿਸਤਾਨ ਹੈ ਆਹ ਬਲੂ ਲਾਈਨ ਤੋਂ ਇੱਥੋਂ ਟੱਚ ਕਰ ਰਿਹਾ। ਅਤੇ ਚਾਈਨਾ, ਜਿਹੜਾ ਉੱਤਰ ਵਿੱਚ ਕਿਹੜਾ? ਚਾਈਨਾ, ਜਿਹੜਾ ਆਹ ਵਾਲਾ ਪਾਰਟ ਹੈ ਇਹ ਵੀ ਉੱਤਰ ਵਿੱਚ ਹੈ। ਇਹ ਕੀ ਹੈ? ਚਾਈਨਾ, ਜਿਹੜਾ ਇੰਡੀਆ ਨੂੰ ਇਹਦੀ ਟੱਚ ਕਰ ਰਿਹਾ ਅਤੇ ਇਹਦੀ ਨੇਬਰਿੰਗ ਕੰਟਰੀ ਹੈ। ਉੱਤਰ ਅਤੇ ਉੱਤਰ ਪੱਛਮੀ ਇਲਾਕੇ ਵਿੱਚ ਕਿਹੜੀ ਹੈ? ਪਾਕਿਸਤਾਨ, ਅਫਗਾਨਿਸਤਾਨ ਅਤੇ ਚਾਈਨਾ। ਅੱਗੇ ਦੇਖਦੇ ਹਾਂ। ਉੱਤਰ ਪੂਰਬ ਅਤੇ ਪੂਰਬ ਵਿੱਚ ਨੇਪਾਲ, ਭੂਟਾਨ, ਮਿਆਂਮਾਰ ਅਤੇ ਬੰਗਲਾਦੇਸ਼ ਹਨ। ਉੱਤਰ ਪੂਰਬ ਯਾਨੀ ਆਹ ਕਿਹੜਾ ਸੀ? ਉੱਤਰ। ਇੱਧਰ ਕਿਹੜਾ ਸੀ? ਪੂਰਬ। ਅਤੇ ਉੱਤਰ ਪੂਰਬ ਇਲਾਕਾ ਕਿਹੜਾ ਹੋ ਗਿਆ? ਯਾਨੀ ਇਹ ਵਾਲਾ ਇਲਾਕਾ ਕਿਹੜਾ ਹੈ? ਉੱਤਰ ਪੂਰਬ ਇਲਾਕਾ ਹੈ। ਉੱਥੇ ਕਿਹੜੇ ਕਿਹੜੇ ਕੰਟਰੀਜ਼ ਨੇ? ਨੇਪਾਲ, ਇੱਕ ਆ ਰਹੀ ਨੇਪਾਲ ਜਿਹੜੀ ਕਿ ਆਹ ਵਾਲੀ ਹੈ। ਭੂਟਾਨ, ਆਹ ਵਾਲੀ ਦੇਖੋ ਆਹ ਕਿਹੜੀ ਹੈ? ਭੂਟਾਨ ਕੰਟਰੀ ਹੈ। ਮਿਆਂਮਾਰ, ਜਿਹੜਾ ਆਹ ਵਾਲਾ ਇਲਾਕਾ ਸਾਰਾ ਇਹ ਕੀ ਹੈ? ਮਿਆਂਮਾਰ ਹੈ। ਅਤੇ ਆਹ ਵਾਲੀ ਕੰਟਰੀ ਕਿਹੜੀ ਹੈ? ਬੰਗਲਾਦੇਸ਼। ਹਾਂਜੀ ਸਟੂਡੈਂਟ, ਇੱਥੋਂ ਆਪਾਂ ਨੂੰ ਜਿਹੜੀ ਇਮੇਜ ਤੋਂ ਕਲੀਅਰ ਹੋ ਗਿਆ ਨਾ ਕਿਹੜੀ ਕਿਹੜੀ ਕੰਟਰੀ ਕਿੱਥੇ ਹੈ ਅਤੇ ਕਿਵੇਂ ਕਿਵੇਂ ਟੱਚ ਕਰਦੀ ਹੈ। ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਮਿਆਂਮਾਰ। ਆਪਾਂ ਇਹਨਾਂ ਕੰਟਰੀਜ਼ ਨੂੰ ਇੱਕ ਸ਼ੋਰਟ ਟ੍ਰਿਕ ਨਾਲ ਯਾਦ ਕਰਦੇ ਹਾਂ।
ਜਿਵੇਂ ਕਿ ਇੱਕ ਸ਼ਾਰਟ ਟ੍ਰਿਕ ਹੈ, ਬਚਪਨ ਮੇਂ MBA किया। ਆਪਾਂ ਨੂੰ ਯਾਦ ਰੱਖਣਾ ਪੈਣਾ ਹੈ, ਬਚਪਨ ਮੇਂ MBA किया। ਇੱਥੋਂ ਦੇਖਦੇ ਹਾਂ, ਬ ਤੋਂ ਬਾਂਗਲਾਦੇਸ਼, ਚ ਤੋਂ ਚੀਨ, ਪ ਤੋਂ ਪਾਕਿਸਤਾਨ, ਨ ਤੋਂ ਨੇਪਾਲ, ਮੇ ਜਾਂ ਐਮ ਇੱਕ ਹੀ ਲਗਾ ਲਓ, ਇੱਥੋਂ ਮਿਆਂਮਾਰ, ਬੀ ਤੋਂ ਭੂਟਾਨ, ਏ ਤੋਂ ਅਫਗਾਨਿਸਤਾਨ। ਬਚਪਨ ਮੇ MBA किया। ਇੱਥੋਂ ਕੀ ਆਪਾਂ ਜਿਹੜੀਆਂ 7 ਆਪਣੀ ਨੇਬਰਿੰਗ ਕੰਟਰੀਜ਼ ਹੈ ਉਹ ਆਪਾਂ ਯਾਦ ਕਰ ਸਕਦੇ ਹਾਂ। ਇੱਕ ਵਾਰ ਫਿਰ ਦੇਖ ਲੈਂਦੇ ਹਾਂ, ਬ ਤੋਂ ਬਾਂਗਲਾਦੇਸ਼, ਚ ਤੋਂ ਚੀਨ, ਪ ਤੋਂ ਪਾਕਿਸਤਾਨ, ਮੇ ਅਤੇ ਐਮ ਨੂੰ ਨ ਤੋਂ ਨੇਪਾਲ ਅਤੇ ਮੇ ਅਤੇ ਐਮ ਨੂੰ ਇੱਕ ਹੀ ਲਗਾ ਲਓ, ਮਿਆਂਮਾਰ, ਬੀ ਤੋਂ ਭੂਟਾਨ, ਏ ਤੋਂ ਅਫਗਾਨਿਸਤਾਨ। ਸਟੂਡੈਂਟ ਜਿਹੜਾ ਇਹ ਸੀਰੀਜ਼ ਆਪਾਂ ਦੱਸੀ ਹੈ, ਇਹ ਸੀਰੀਜ਼ ਇਹਦੀ ਬਾਊਂਡਰੀ ਲਾਈਨ ਵਾਈਜ਼ ਵੀ ਹੈ। ਜਿਹੜੀ ਬਾਂਗਲਾਦੇਸ਼ ਹੈ ਉਹ ਜਿਹੜੀ ਇੰਡੀਆ ਨਾਲ ਸਭ ਤੋਂ ਜ਼ਿਆਦਾ ਜਿਹੜੀ ਬਾਊਂਡਰੀ ਲਾਈਨ ਸ਼ੇਅਰ ਕਰਦੀ ਹੈ। ਜੇਕਰ ਆਪਾਂ ਨੂੰ ਕੁਐਸਚਨ ਆ ਜਾਂਦਾ ਵੀ ਕਿਹੜੀ ਗੁਆਂਢੀ ਦੇਸ਼ ਹੈ ਜਿਸ ਨਾਲ ਭਾਰਤ ਸਭ ਤੋਂ ਜ਼ਿਆਦਾ ਜਿਹੜੀ ਬਾਊਂਡਰੀ ਲਾਈਨ ਜਿਹੜੀ ਸਰਹੱਦੀ ਰੇਖਾ ਸ਼ੇਅਰ ਕਰਦਾ, ਉਹ ਕਿਹੜਾ ਆਊਗਾ? ਬਾਂਗਲਾਦੇਸ਼। ਸਭ ਤੋਂ ਪਹਿਲਾਂ ਬਾਂਗਲਾਦੇਸ਼, ਫਿਰ ਉਸ ਤੋਂ ਬਾਅਦ ਚੀਨ, ਪਾਕਿਸਤਾਨ, ਨੇਪਾਲ, ਮਿਆਂਮਾਰ, ਭੂਟਾਨ ਅਤੇ ਅਫਗਾਨਿਸਤਾਨ। ਜੇਕਰ ਇਹ ਕੁਐਸਚਨ ਆ ਜਾਏ ਸਭ ਤੋਂ ਘੱਟ ਸਰਹੱਦੀ ਰੇਖਾ ਕਿਹੜੀ ਕੰਟਰੀ ਨਾਲ ਲੱਗਦੀ ਹੈ, ਤਾਂ ਕੀ ਆਏਗਾ? ਅਫਗਾਨਿਸਤਾਨ ਆਏਗਾ, ਅਤੇ ਸਭ ਤੋਂ ਵੱਧ ਕਿਹੜੀ ਆਏਗੀ? ਬਾਂਗਲਾਦੇਸ਼ ਆਏਗੀ। ਅੱਗੇ ਆਪਾਂ ਗੱਲ ਕਰਦੇ ਹਾਂ ਭਾਰਤ ਦੇ ਰਾਜਨੀਤਿਕ ਪ੍ਰਬੰਧ ਦੀ, ਪੋਲੀਟੀਕਲ ਸੈਟਅਪ ਦੀ। ਆਜ਼ਾਦੀ ਤੋਂ ਪਹਿਲਾਂ ਭਾਰਤ 562 ਰਾਜਵਾੜਾ ਸ਼ਾਹੀ ਰਿਆਸਤਾਂ ਅਤੇ 9 ਬਰਤਾਨਵੀ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। ਜੇਕਰ ਭਾਰਤ ਦੀ ਆਪਾਂ ਆਜ਼ਾਦੀ ਤੋਂ ਪਹਿਲਾਂ ਗੱਲ ਕਰ ਰਹੀਏ ਤਾਂ ਜਿਹੋ ਜਿਹਾ ਅਜੋਕਾ ਭਾਰਤ ਹੈ, ਆਜ਼ਾਦੀ ਤੋਂ ਪਹਿਲਾਂ ਉਹ ਜਿਹਾ ਭਾਰਤ ਨਹੀਂ ਸੀ। ਉਹਦੇ 28 ਰਾਜ ਅਤੇ 9 ਪ੍ਰਾਂਤਾਂ ਸ਼ੁਰੂ ਤੋਂ ਨਹੀਂ ਸੀਗੀਆਂ। ਸ਼ੁਰੂ ਤੋਂ ਜਿਹੜਾ ਭਾਰਤ ਹੈ ਉਹ ਇੱਕ ਹੋਰ ਤਰੀਕੇ ਦਾ ਸੀ। ਉਦੋਂ ਕੀ ਹੁੰਦੇ ਸੀ? ਉਦੋਂ ਰਾਜਵਾੜੇ ਜਿਹੜੇ ਰਾਜੇ ਸੀਗੇ ਉਹਨਾਂ ਦੇ ਜਿਹੜਾ ਸ਼ਾਹੀ ਉਹਨਾਂ ਦੀ ਰਿਆਸਤਾਂ ਹੁੰਦੀਆਂ ਸੀ। ਕਿੰਨੀਆਂ ਰਿਆਸਤਾਂ ਸੀਗੀਆਂ? 562 ਸ਼ਾਹੀ ਰਿਆਸਤਾਂ ਸੀ ਅਤੇ 9 ਬਰਤਾਨਵੀ ਪ੍ਰਾਂਤਾਂ। ਆਪਾਂ ਨੂੰ ਪਤਾ ਜਿਹੜਾ ਬ੍ਰਿਟਿਸ਼ਰਸ ਨੇ ਆਪਣੇ 'ਤੇ 200 ਸਾਲ ਜਿਹੜਾ ਰਾਜ ਕੀਤਾ, ਉਹਦੇ ਵਿੱਚ ਜਿਹੜੇ ਬ੍ਰਿਟਿਸ਼ਰਸ ਨੇ ਆਪਦੀਆਂ ਜਿਹੜੀ ਰਿਆਸਤਾਂ ਬਣਾਈਆਂ ਹੋਈਆਂ ਸੀਗੀਆਂ, ਕਿੰਨੀਆਂ ਸੀਗੀਆਂ? 9 ਸੀਗੀਆਂ। ਅਜੋਕਾ ਭਾਰਤ 15 ਅਗਸਤ 1947 ਆਜ਼ਾਦੀ ਤੋਂ ਬਾਅਦ ਹੋਂਦ ਵਿੱਚ ਆਇਆ। ਜਿਹੜਾ ਕਿ ਅੱਜ ਕੱਲ੍ਹ ਦਾ ਆਪਾਂ ਭਾਰਤ ਦੇਖ ਰਹੇ ਹਾਂ, ਜੋ ਅੱਜ ਕੱਲ੍ਹ ਦਾ ਆਪਾਂ ਮੈਪ ਪੜ੍ਹ ਰਹੇ ਹਾਂ, ਜੋ ਅੱਜ ਕੱਲ੍ਹ ਭਾਰਤ ਨੂੰ ਆਪਾਂ ਜਿਸ ਤਰੀਕੇ ਨਾਲ ਵੇਖ ਰਹੇ ਹਾਂ, ਉਹ ਕਦੋਂ ਹੋਂਦ ਵਿੱਚ ਆਇਆ? ਉਹ ਆਪਾਂ ਨੂੰ ਜਦੋਂ ਆਜ਼ਾਦੀ ਮਿਲੀ ਸੀ 15 ਅਗਸਤ 1947 ਵਿੱਚ ਹੋਂਦ ਵਿੱਚ ਆਇਆ। ਸਭ ਤੋਂ ਪਹਿਲਾਂ 1953 ਵਿੱਚ ਜਸਟਿਸ ਫਜ਼ਲ ਅਲੀ ਦੀ ਰਹਿਨੁਮਾਈ ਹੇਠ ਰਾਜ ਪੁਨਰ ਗਠਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਅਤੇ ਭਾਰਤ 14 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ। ਸਭ ਤੋਂ ਪਹਿਲਾਂ ਜਦੋਂ ਆਪਾਂ ਗੱਲ ਕਰ ਲਈਏ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦੀ ਗੱਲ ਕਦੋਂ ਹੋਈ ਸੀ? 1953 ਵਿੱਚ ਹੋਈ ਸੀ, ਜੋ ਕਿ ਜਸਟਿਸ ਫਜ਼ਲ ਅਲੀ ਨੇ ਇੱਕ ਰਾਜ ਪੁਨਰ ਗਠਨ ਕਮਿਸ਼ਨ ਬਣਵਾਇਆ ਸੀਗਾ, ਜਿਹੜਾ ਕਿ 1953 ਵਿੱਚ ਆਇਆ ਸੀ। ਅਤੇ ਉਸ ਦੇ ਤਹਿਤ ਕਿ ਜਿਹੜਿਆਂ ਭਾਰਤ ਨੂੰ 14 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੀ ਵੰਡਿਆ ਗਿਆ ਸੀ। ਇਹ 14 ਰਾਜ ਵੀ ਜਿਹੜੇ ਭਾਸ਼ਾ ਦੇ ਆਧਾਰ 'ਤੇ ਕੀ ਹੈ? ਭਾਸ਼ਾ ਦੇ ਆਧਾਰ 'ਤੇ ਬਣਾਏ ਗਏ ਸੀਗੇ ਵੀ ਇਸ ਏਰੀਏ ਦੇ ਲੋਕ ਆ ਭਾਸ਼ਾ ਬੋਲਦੇ ਆ, ਇਸ ਕਰਕੇ ਜਿਹੜੇ 14 ਰਾਜ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤੇ ਗਏ। ਜੇਕਰ ਆਪਾਂ ਨੂੰ ਇਹ ਕੁਐਸਚਨ ਆ ਜੇ ਸਭ ਤੋਂ ਪਹਿਲਾਂ ਭਾਰਤ ਵਿੱਚ ਕਿੰਨੇ ਜਿਹੜੇ ਕੀ ਹੈ ਰਾਜ ਸੀ? ਅਤੇ 14 ਰਾਜ ਸੀ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਸੀ। ਹੁਣ ਤਾਂ ਆਪਾਂ ਨੂੰ ਪਤਾ ਹੈ ਆਪਣੇ ਇੰਡੀਆ ਦੇ ਕਿੰਨੀਆਂ ਸਟੇਟਸ ਨੇ? 28 ਸਟੇਟਸ ਨੇ ਅਤੇ 9 ਕੀ ਹੈ? ਯੂਟੀਜ਼ ਨੇ। ਪਹਿਲਾਂ ਕਿੰਨੀਆਂ ਸੀਗੀਆਂ? 14 ਸਟੇਟ ਸੀਗੀਆਂ ਅਤੇ 6 ਕੀ ਹੈ? ਯੂਟੀ ਸੀ। ਅੱਗੇ ਗੱਲ ਕਰਦੇ ਹਾਂ, ਸਾਡਾ ਪੰਜਾਬ ਵੀ ਭਾਸ਼ਾਈ ਸੂਬਾ ਹੋਣ 'ਤੇ ਸ਼ਾਹੀ ਕਮਿਸ਼ਨ ਦੀ ਸਿਫਾਰਿਸ਼ 'ਤੇ 1966 ਨੂੰ ਹੋਂਦ ਵਿੱਚ ਆਇਆ। ਆਪਣਾ ਜਿਹੜਾ ਪੰਜਾਬ ਹੈ ਉਹ ਵੀ ਕਦੋਂ ਹੋਂਦ ਵਿੱਚ ਆਇਆ? 1966 ਨੂੰ ਹੋਂਦ ਵਿੱਚ ਆਇਆ। ਕਿਹੜੀ ਕਮਿਸ਼ਨ 'ਤੇ? ਸ਼ਾਹੀ ਕਮਿਸ਼ਨ ਦੀ ਸਿਫਾਰਿਸ਼ 'ਤੇ ਜਿਹੜਾ ਆਪਣਾ ਪੰਜਾਬ ਹੈ ਇੱਕ ਭਾਸ਼ਾ ਦੇ ਤੌਰ 'ਤੇ ਵੀ ਇੱਥੇ ਦੇ ਜਿਹੜੇ ਲੋਕ ਸੀ ਜਿਹੜੇ ਜ਼ਿਆਦਾ ਪੰਜਾਬੀ ਬੋਲਦੇ ਸੀ, ਇਸ ਕਰਕੇ ਭਾਸ਼ਾ ਦੇ ਆਧਾਰ 'ਤੇ ਹੀ ਪੰਜਾਬ ਜਿਹੜਾ ਬਣਿਆ ਉਹ ਕਿੰਨੀ 'ਚ ਬਣਿਆ? 1966 ਈਸਵੀ ਨੂੰ ਬਣਿਆ। ਅੱਜ ਭਾਰਤ ਦੇ ਕੁੱਲ 28 ਰਾਜ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਇਹ ਆਪਾਂ ਨੂੰ ਪਤਾ ਹੀ ਹੈ ਵੀ ਅੱਜ ਦੇ ਭਾਰਤ ਦੇ ਕੁੱਲ 28 ਰਾਜ ਹਨ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਭਾਰਤ ਦੀ ਸੰਸਾਰ ਦੀ ਸਭ ਤੋਂ ਵੱਡੀ ਗਣਤੰਤਰੀ ਪ੍ਰਣਾਲੀ 26 ਜਨਵਰੀ 1950 ਨੂੰ ਹੋਂਦ ਵਿੱਚ ਆਈ।
ਗਣਤੰਤਰੀ ਪ੍ਰਣਾਲੀ ਕੀ ਹੁੰਦੀ ਹੈ? ਗਣਤੰਤਰੀ ਪ੍ਰਣਾਲੀ ਇਹ ਹੁੰਦੀ ਹੈ ਵੀ ਜਿਹੜਾ ਆਪਣਾ ਦੇਸ਼ ਆ ਉਹ ਕਿਸੇ ਇੱਕ ਵਿਅਕਤੀ ਦੇ ਅਧੀਨ 'ਚ ਨਹੀਂ ਹੈਗਾ, ਕਿਸੇ ਇੱਕ ਰਾਜੇ ਦੇ ਅੰਡਰ ਨਹੀਂ ਗਾ। ਇਸ ਵਿੱਚ ਗਣਤੰਤਰ ਹੈ ਵੀ ਜਿਹੜੇ ਆਪਣੇ ਨੁਮਾਇੰਦੇ ਆ, ਜਿਹੜੇ ਆਪਣੇ ਨੇਤੇ ਆ, ਉਹ ਲੋਕਾਂ ਦੁਆਰਾ ਹੀ ਚੁਣੇ ਜਾਂਦੇ ਆ ਅਤੇ ਇੱਕ ਗਣਤੰਤਰੀ ਪ੍ਰਣਾਲੀ ਹੈ। ਭਾਰਤ ਕੀ ਹੈ? ਸੰਸਾਰ ਦੀ ਸਭ ਤੋਂ ਵੱਡੀ ਗਣਤੰਤਰੀ ਪ੍ਰਣਾਲੀ ਹੈ ਅਤੇ ਆਪਾਂ ਨੂੰ ਪਤਾ ਜਿਹੜਾ ਆਪਣਾ ਗਣਤੰਤਰ ਪ੍ਰਣਾਲੀ 26 ਜਨਵਰੀ 1950 ਨੂੰ ਹੋਂਦ ਵਿੱਚ ਆਈ। ਯਾਨੀ ਜਿਹੜਾ ਆਪਣਾ ਸੰਵਿਧਾਨ ਹੈ ਉਹ ਕਦੋਂ ਲਾਗੂ ਹੋਇਆ? 26 ਜਨਵਰੀ 1950 ਨੂੰ ਜਿਹੜਾ ਸੰਵਿਧਾਨ ਆਪਣਾ ਲਾਗੂ ਹੋਇਆ, ਜਿਸ ਵਿੱਚ ਰਾਸ਼ਟਰਪਤੀ ਦੇਸ਼ ਦਾ ਮੁਖੀ ਹੁੰਦਾ ਹੈ ਅਤੇ ਜਿਸ ਦੀ ਹਰ 5 ਸਾਲਾਂ ਬਾਅਦ ਚੋਣ ਕੀਤੀ ਜਾਂਦੀ ਹੈ। ਆਪਣੇ ਸੰਵਿਧਾਨ ਵਿੱਚ ਕੀ ਹੈ? ਆਪਣੀ ਗਣਤੰਤਰੀ ਪ੍ਰਣਾਲੀ ਵਿੱਚ ਕੀ ਹੈ ਵੀ ਆਪਣਾ ਜਿਹੜਾ ਭਾਰਤ ਹੈ ਉਸ ਦਾ ਮੁਖੀ ਕੌਣ ਹੈ? ਰਾਸ਼ਟਰਪਤੀ ਹੈ ਅਤੇ ਉਸ ਦੀ ਚੋਣ ਵੀ ਜਿਹੜੀ 5 ਸਾਲਾਂ ਬਾਅਦ ਚੋਣ ਦੁਆਰਾ ਹੀ ਕੀਤੀ ਜਾਂਦੀ ਹੈ। ਭਾਰਤ ਦੀ ਸੰਸਦ ਦੇ 2 ਸਦਨਾਂ ਵਿੱਚ ਵੰਡੀ ਹੋਈ ਹੈ। ਜਿਹੜੀ ਭਾਰਤ ਦੀ ਸੰਸਦ ਹੈ 2 ਸਦਨਾਂ ਵਿੱਚ ਵੰਡੀ ਹੋਈ ਹੈ। ਉੱਪਰਲੇ ਸਦਨ ਨੂੰ ਰਾਜ ਸਭਾ ਅਤੇ ਹੇਠਲੇ ਸਦਨ ਨੂੰ ਲੋਕ ਸਭਾ ਕਿਹਾ ਜਾਂਦਾ ਹੈ। ਇਹ ਆਪਾਂ ਨੂੰ ਪਤਾ ਹੀ ਹੈ। ਜਿਹੜੇ ਭਾਰਤ ਦੀ ਸੰਸਦ ਹੈ ਉਸੇ 2 ਸਦਨਾਂ ਵਿੱਚ ਵੰਡਿਆ ਗਿਆ ਅਤੇ ਜਿਹੜੇ ਉੱਪਰਲਾ ਸਦਨ ਹੈ ਉਸ ਨੂੰ ਕੀ ਕਿਹਾ ਗਿਆ? ਰਾਜ ਸਭਾ, ਅਤੇ ਜਿਹੜਾ ਹੇਠਲਾ ਸਦਨ ਹੈ ਉਸ ਨੂੰ ਲੋਕ ਸਭਾ ਕਿਹਾ ਜਾਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਭਾਰਤ ਦੀ ਜਨਸੰਖਿਆ ਬਾਰੇ। ਜਨਸੰਖਿਆ ਅਨੁਸਾਰ ਚੀਨ ਪਹਿਲੇ ਅਤੇ ਭਾਰਤ ਦੂਜੇ ਸਥਾਨ 'ਤੇ ਆਉਂਦਾ ਹੈ। ਜੇਕਰ ਆਪਾਂ ਜਨਸੰਖਿਆ ਦੇਖ ਲਈਏ ਤਾਂ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਜਨਸੰਖਿਆ ਕਿਹੜੇ ਦੇਸ਼ ਹੈ? ਚੀਨ ਵਿੱਚ ਹੈ ਅਤੇ ਭਾਰਤ ਉਸ ਵਿੱਚ ਦੂਜੇ ਸਥਾਨ 'ਤੇ ਆਉਂਦਾ ਹੈ। ਸੰਸਾਰ ਦੀ ਕੁੱਲ ਆਬਾਦੀ ਦਾ 14.8% ਹਿੱਸਾ ਸੰਭਾਲਦਾ ਹੈ ਜਿਹੜਾ ਭਾਰਤ ਹੈ। ਜੇਕਰ ਪੂਰੇ ਵਰਲਡ ਦੀ ਆਪਾਂ ਪਾਪੂਲੇਸ਼ਨ ਮੰਨ ਲਈਏ 100% ਹੈ, ਅਤੇ ਉਹਦੇ ਵਿੱਚੋਂ ਜਿਹੜੀ ਇੰਡੀਆ 'ਚ ਜਿਹੜੀ ਪਾਪੂਲੇਸ਼ਨ ਰਹਿੰਦੀ ਹੈ ਉਹ ਕਿੰਨੀ ਹੈ? 14.8% ਹੈ। ਆਪਾਂ ਨੂੰ ਕੁਐਸਚਨ ਵੀ ਆ ਸਕਦਾ ਹੈ ਜਿਹੜਾ ਭਾਰਤ ਦੀ ਜਿਹੜੀ ਕੁੱਲ ਆਬਾਦੀ ਹੈ ਉਹ ਟੋਟਲ ਵਿੱਚੋਂ ਕਿੰਨੀ ਹੈ? 14.8% ਜਿਹੜੀ ਹਿੱਸਾ ਹੈ ਉਹ ਭਾਰਤ ਵਿੱਚ ਆਉਂਦਾ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਦੀ ਕੁੱਲ ਜਨਸੰਖਿਆ 121 ਕਰੋੜ 1,93,422 ਸੀ। ਜੇਕਰ ਜਿਹੜੀ 2011 ਵਿੱਚ ਜਿਹੜੀ ਮਰਦਮਸ਼ੁਮਾਰੀ ਹੁੰਦੀ ਹੈ, ਮਰਦਮਸ਼ੁਮਾਰੀ ਕੀ ਹੁੰਦੀ ਹੈ? ਆਪਣੀ ਜਨਗਣਨਾ ਹੁੰਦੀ ਹੈ ਜਿਹੜੀ ਕਿ ਹਰੇਕ 10 ਸਾਲ ਬਾਅਦ ਹੁੰਦੀ ਹੈ। ਉਸ ਦੇ ਅਕੋਰਡਿੰਗ ਕੀ ਹੈ? ਭਾਰਤ ਦੀ ਜਨਸੰਖਿਆ 121 ਕਰੋੜ 1,93,422 ਸੀ। 2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ਦੀ ਜਨਸੰਖਿਆ ਦੀ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ। ਇਸ ਦੀ ਮਤਲਬ ਕੀ ਹੈ? ਜਦੋਂ ਭਾਰਤ ਦੀ ਮਰਦਮਸ਼ੁਮਾਰੀ ਕੀਤੀ ਗਈ ਯਾਨੀ ਜਦੋਂ ਜਨਗਣਨਾ ਕੀਤੀ ਗਈ ਉਦੋਂ ਉਹਨਾਂ ਨੇ ਇਹ ਸਿੱਟਾ ਕੱਢਿਆ ਸੀ ਵੀ ਕਿਸੇ ਵੀ ਇੱਕ ਵਰਗ ਕਿਲੋਮੀਟਰ ਦੇ ਵਿੱਚ ਕਿੰਨੇ ਵਿਅਕਤੀ ਰਹਿੰਦੇ ਹਨ? 382 ਕੀ ਹੈ? ਵਿਅਕਤੀ ਰਹਿੰਦੇ ਹਨ। ਪੜ੍ਹਿਆ ਲਿਖਿਆਂ ਦੀ ਗਿਣਤੀ ਕੇਵਲ 65.38% ਹੀ ਹੈ। ਭਾਰਤ ਵਿੱਚ ਪੜ੍ਹੇ ਲਿਖੇ ਲੋਕ ਕਿੰਨੇ ਹਨ? 65.38%। ਅਤੇ ਲਿੰਗ ਅਨੁਪਾਤ ਦੀ ਗੱਲ ਕਰ ਲਈਏ ਤਾਂ 100 ਮਰਦਾਂ ਦੇ ਮੁਕਾਬਲੇ 940 ਔਰਤਾਂ ਹੀ ਸਨ। ਜੇਕਰ ਗੱਲ ਕਰ ਲਈਏ 1000 ਪਿੱਛੇ ਜੇਕਰ ਆਪਾਂ ਔਰਤਾਂ ਦੀ ਗਿਣਤੀ ਕਰੀਏ ਤਾਂ ਕਿੰਨੀਆਂ ਸੀਗੀਆਂ? 940 ਸੀ। ਇਸ ਨੂੰ ਕੀ ਕਿਹਾ ਜਾਂਦਾ? ਲਿੰਗ ਅਨੁਪਾਤ ਕਿਹਾ ਜਾਂਦਾ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਨੂੰ ਕੀ ਕਿਹਾ ਜਾਂਦਾ ਹੈ? ਲਿੰਗ ਅਨੁਪਾਤ। ਅੱਗੇ ਆਪਾਂ ਗੱਲ ਕਰਦੇ ਹਾਂ ਭਾਰਤ ਦੀਆਂ ਖੇਤਰੀ ਭਿੰਨਤਾਵਾਂ ਯਾਨੀ ਰੀਜਨਲ ਡਾਇਵਰਸਿਟੀਜ਼। ਸਭ ਤੋਂ ਪਹਿਲਾਂ ਗੱਲ ਕਰ ਲਈਏ ਵਿਸ਼ਾਲ ਖੇਤਰ। ਜਿਵੇਂ ਕਿ ਆਪਾਂ ਹੁਣੇ ਪੜ੍ਹ ਹੀ ਚੁੱਕੇ ਹਾਂ ਵੀ ਜਿਹੜਾ ਭਾਰਤ ਇੱਕ ਬਹੁਤ ਵੱਡਾ ਵਿਸ਼ਾਲ ਖੇਤਰ ਹੈ ਜਿਸ ਦੇ ਵਿੱਚ ਕੀ ਹੈ? ਬਹੁਤ ਸਾਰੀਆਂ ਭਿੰਨਤਾਵਾਂ ਪਾਈ ਜਾਂਦੀਆਂ ਹਨ। ਜਿਵੇਂ ਧਰਾਤਲ ਦੀ ਗੱਲ ਕਰ ਲਈਏ, ਧਰਾਤਲ ਵਿੱਚ ਕੀ ਹੈ? ਨਵੇਂ ਜੰਮੇ ਮੋੜਦਾਰ ਹਿਮਾਲਿਆ ਪਰਬਤ, ਇੱਕ ਪਾਸੇ ਹਿਮਾਲਿਆ ਪਰਬਤ ਹੈ, ਇੱਕ ਪਾਸੇ ਜਿਹੜੇ ਕੀ ਹੈ ਰਾਜਸਥਾਨ ਵਰਗੇ ਇੰਨੇ ਵੱਡੇ ਥਾਰ ਮਾਰੂਥਲ ਹੈ। ਪੁਰਾਤਨ ਜਿਹੜੀਆਂ ਪਹਾੜੀਆਂ ਕਿਹੜੇ ਆ? ਅਰਾਵਲੀ ਪਰਬਤ ਹੈ। ਦੱਖਣ ਵੱਲ ਜੇ ਗੱਲ ਕਰ ਲਈਏ ਤਾਂ ਦੱਖਣ ਵੱਲ ਕੀ ਹੈ? ਸਮੁੰਦਰ ਹੈ, ਪ੍ਰਾਦੀਪੀ ਪਠਾਰ ਵੀ ਹੈ। ਇਸ ਕਰਕੇ ਜਿਹੜੀ ਦੇਖੀਏ ਤਾਂ ਆਪਾਂ ਕਿਹੜੀ ਬਹੁਤ ਵਿਸ਼ਾਲ ਖੇਤਰ ਹੈ ਅਤੇ ਇਸ ਵਿੱਚ ਕੀ ਹੈ? ਜਿਹੜੀਆਂ ਬਹੁਤ ਸਾਰੀਆਂ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ ਅਤੇ ਵੱਖ-ਵੱਖ ਪ੍ਰਕਾਰ ਦੇ ਕੀ ਇਸ ਵਿੱਚ ਧਰਾਤਲ ਪਾਏ ਜਾਂਦੇ ਹਨ। ਜੇਕਰ ਗੱਲ ਕਰ ਲਈਏ ਇਹ ਕੁਐਸਚਨ ਵੀ ਆ ਸਕਦਾ ਆਪਾਂ ਨੂੰ ਵੀ ਜਿਹੜੇ ਨਵੇਂ ਜੰਮੇ ਜਿਹੜੀ ਪਰਬਤ ਕਿਹੜੇ ਹਨ? ਭਾਰਤ ਦੇ ਨਵੇਂ ਜੰਮੇ ਪਰਬਤ ਕਿਹੜੇ ਹਨ? ਤਾਂ ਕਿਹੜੇ ਨੇ? ਹਿਮਾਲਿਆ। ਅਤੇ ਜੇਕਰ ਪੁਰਾਤਨ ਪਰਬਤਾਂ ਦੀ ਗੱਲ ਕਰ ਲਈਏ ਤਾਂ ਸਭ ਤੋਂ ਪੁਰਾਤਨ ਪਰਬਤ ਕਿਹੜੇ ਨੇ? ਅਰਾਵਲੀ ਪਰਬਤ। ਅਤੇ ਜੇਕਰ ਗੱਲ ਕਰ ਲਈਏ ਪ੍ਰਾਦੀਪੀ ਪਠਾਰ ਕਿੱਧਰ ਹੈ? ਤਾਂ ਦੱਖਣ ਵੱਲ ਹੈ। ਪ੍ਰਾਦੀਪੀ ਪਠਾਰ ਕਿੱਧਰ ਹੈ? ਦੱਖਣ ਵੱਲ ਹੈ। ਅਤੇ ਇਸ ਵਿੱਚ ਜਿਹੜੀਆਂ ਆਪਾਂ ਨੂੰ ਪਤਾ ਹੈ ਭਾਰਤ ਦੇਸ਼ ਵਿੱਚ ਕਿੰਨੀਆਂ ਨਦੀਆਂ ਪੈਂਦੀਆਂ ਹਨ? ਜਿਹੜੇ ਸਭ ਤੋਂ ਵੱਡੇ ਜਿਹੜੇ ਵਿਸ਼ਾਲ ਮੈਦਾਨ ਕਿਹਨਾਂ ਦੇ? ਗੰਗਾ ਅਤੇ ਬ੍ਰਹਮਪੁੱਤਰ ਨਦੀਆਂ ਦੇ ਵਿਸ਼ਾਲ ਮੈਦਾਨ ਵੀ ਪਾਏ ਜਾਂਦੇ ਹਨ। ਉਸ ਤੋਂ ਅੱਗੇ ਗੱਲ ਕਰੀਏ ਜਲਵਾਯੂ ਦੀ ਤਾਂ ਕਰਕ ਰੇਖਾ ਦੇ ਹੋਣ ਕਰਕੇ ਉੱਤਰ ਭਾਗਾਂ ਵਿੱਚ ਸ਼ੀਤ ਉਸ਼ਮ
ਕਿਸਮ ਦੀ ਜਲਵਾਯੂ ਮਿਲਦੀ ਹੈ ਅਤੇ ਦੱਖਣੀ ਪਾਸੇ ਉਸ਼ਣ ਕਿਸਮ ਦੀ ਜਲਵਾਯੂ ਮਿਲਦੀ ਹੈ। ਉੱਤਰ ਵਾਲੇ ਭਾਗਾਂ ਜਿਵੇਂ ਕਿ ਆਪਾਂ ਨੂੰ ਪਤਾ ਉੱਤਰ ਵੱਲ ਕੀ ਹੈ ਹਿਮਾਲਿਆ, ਉੱਥੇ ਕੀ ਆ ਬਰਫੀਲੀਆਂ ਪਹਾੜੀਆਂ ਵਗੈਰਾ ਹੈਗੀਆਂ, ਇਸ ਕਰਕੇ ਕੀ ਉੱਥੇ ਜਿਹੜੀਆਂ ਸ਼ੀਤ ਉਸ਼ਮ ਸ਼ੀਤ ਯਾਨੀ ਠੰਡਾ ਇਲਾਕਾ ਰਹਿੰਦਾ ਹੈ। ਅਤੇ ਦੱਖਣੀ ਵਾਲੇ ਪਾਸੇ ਜੇਕਰ ਆਪਾਂ ਗੱਲ ਕਰ ਲਈਏ ਤਾਂ ਦੱਖਣ ਵਾਲੇ ਕੀ ਹੈ ਉਸ਼ਮ ਕਿਸਮ ਦੀ ਵਾਲੀ ਜਲਵਾਯੂ ਹੈ, ਯਾਨੀ ਗਰਮ ਕਿਸਮ ਦੀ ਜਿਹੜੀ ਹੈ ਜਲਵਾਯੂ ਹੈ। ਦੱਖਣੀ ਪਠਾਰ ਤਿੰਨਾਂ ਪਾਸੋਂ ਸਮੁੰਦਰ ਤੋਂ ਘਿਰਿਆ ਹੋਇਆ ਹੈ, ਇਸ ਲਈ ਇਹ ਜਲਵਾਯੂ ਗਰਮ ਅਤੇ ਸੁਹਾਵਣਾ ਹੁੰਦਾ ਹੈ। ਜਿਹੜਾ ਦੱਖਣੀ ਪਠਾਰ ਹੈ, ਅੱਗੇ ਆਪਾਂ ਇੱਕ ਪਿਕਚਰ ਤੋਂ ਗੱਲ ਕਰਾਂਗੇ, ਦੱਖਣੀ ਪਠਾਰ ਅਤੇ ਹਿਮਾਲਿਆ ਇਹ ਸਭ ਕਿੱਥੇ ਨੇ ਉਦੋਂ ਆਪਾਂ ਨੂੰ ਜ਼ਿਆਦਾ ਪਤਾ ਲੱਗ ਜਾਏਗਾ। ਸੋ ਡਿਸਕਸ ਕਰਦੇ ਹਾਂ। ਜਿਹੜਾ ਦੇਖੋ ਆਹ ਵਾਲੀ ਕਿਹੜੀ ਹੈ, ਇਹ ਹਿਮਾਲਿਆ ਪਰਬਤ ਹੈ। ਕਿਹੜੇ ਪਰਬਤ ਹੈ? ਹਿਮਾਲਿਆ। ਇਹ ਭਾਰਤ ਦੇ ਉੱਤਰ ਵਾਲੇ ਪਾਸੇ ਹੈ, ਭਾਰਤ ਦੇ ਉੱਤਰ ਵਾਲੇ ਪਾਸੇ ਹੈ। ਇੱਥੇ ਕੀ ਆ ਅਰਾਵਲੀ ਪਰਬਤ, ਇਹ ਕਿਹੜੇ ਨੇ ਅਰਾਵਲੀ ਪਰਬਤ। ਆਹ ਵਾਲਾ ਜਿਹੜਾ ਏਰੀਆ ਇਹ ਕਿਹੜਾ ਪ੍ਰਾਇਦੀਪੀ ਪਠਾਰ ਹੈ। ਕਿਹੜਾ ਪਠਾਰ ਹੈ? ਪ੍ਰਾਇਦੀਪੀ। ਦੇਖੋ ਆਹ ਪ੍ਰਾਇਦੀਪੀ ਪਠਾਰ ਜਿਹੜਾ ਤਿੰਨਾਂ ਪਾਸਿਆਂ ਤੋਂ ਇੱਧਰੋਂ ਵੀ ਅਤੇ ਇਸ ਸਾਈਡ ਤੋਂ ਵੀ ਕੀ ਹੈ ਇਹ ਸਮੁੰਦਰ ਨਾਲ ਘਿਰਿਆ ਹੈ, ਇਸ ਕਰਕੇ ਜਿਹੜਾ ਇੱਥੇ ਜਿਹੜਾ ਜਲਵਾਯੂ ਕਿਹੜਾ ਹੁੰਦਾ ਗਰਮ ਕਿਸਮ ਦਾ ਹੁੰਦਾ ਅਤੇ ਸੁਹਾਵਣਾ ਹੁੰਦਾ। ਇੱਧਰ ਵਾਲਾ ਇੱਥੋਂ ਕਰਕ ਰੇਖਾ ਲੰਘ ਗਈ, ਇੱਧਰ ਦੱਖਣ ਵਾਲਾ ਪਾਸਾ ਆ ਗਿਆ, ਇੱਧਰ ਉੱਤਰ ਆ ਗਿਆ। ਜਿਹੜਾ ਉੱਪਰ ਹੈ ਉੱਪਰ ਕੀ ਹੈ ਸ਼ੀਤ ਕਿਸਮ ਦਾ ਸ਼ੀਤ ਉਸ਼ਣ ਕਿਸਮ ਦਾ ਜਿਹੜਾ ਕੀ ਹੈ ਵਾਤਾਵਰਨ ਹੈ, ਅਤੇ ਨੀਚੇ ਕੀ ਹੈ ਉਸ਼ਣ ਕਿਸਮ ਦਾ ਕੀ ਹੈ ਵਾਤਾਵਰਨ ਪਾਇਆ ਜਾਂਦਾ ਹੈ। ਉਮੀਦ ਹੈ ਸਟੂਡੈਂਟ ਤੁਹਾਨੂੰ ਅੱਜ ਦਾ ਸੈਸ਼ਨ ਵਧੀਆ ਲੱਗਿਆ ਹੋਏਗਾ। ਸੋ ਸਾਡੇ ਜਿਹੜੇ YouTube ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਥੈਂਕ ਯੂ।